Good morning, students. Yesterday we will discuss about how many courts in India. First Supreme Court and second High Court, third subordinate court and lower level court, civil court, criminal court and other courts. ਅਸੀਂ ਗੱਲ ਕੀਤੀ ਸੀ ਇਹਨਾਂ ਕੋਰਟਸ ਦੇ ਬਾਰੇ। ਸਭ ਤੋਂ ਪਹਿਲਾਂ ਅਸੀਂ ਜਦੋਂ ਕੋਈ ਵੀ ਕਿਸੇ ਪ੍ਰਕਾਰ ਦਾ ਕੋਈ ਕ੍ਰਾਈਮ ਹੁੰਦਾ ਵਾ ਜਾਂ ਕੋਈ ਕੇਸ ਆ, ਸਿਵਲ ਕੇਸ ਆ ਜਾਂ ਕ੍ਰਿਮੀਨਲ ਕੇਸ ਆ, ਅਸੀਂ ਸਭ ਤੋਂ ਪਹਿਲਾਂ ਉਸ ਕੇਸ ਨੂੰ ਸਬੋਰਡੀਨੇਟ ਕੋਰਟ ਦੇ ਵਿੱਚ ਕੀ ਆ ਪਟੀਸ਼ਨ ਦਾਇਰ ਕਰਵਾਉਂਦੇ ਆ ਉਸ ਕੇਸ ਦੀ। ਜਿਹੜਾ ਕੇਸ ਸਾਡਾ ਸਬੋਰਡੀਨੇਟ ਕੋਰਟ ਦੇ ਵਿੱਚ ਚੱਲਦਾ ਵਾ, ਜੇ ਲੱਗਦਾ ਵਾ ਕਿ ਕੋਰਟ ਦੇ ਵਿੱਚ ਜਿਹੜੀ ਹੀਅਰਿੰਗ ਕੀਤੀ ਗਈ ਆ, ਉਹ ਜਿਹੜਾ ਡਿਸੀਜਨ ਲਿਆ ਗਿਆ ਉਹ ਸਾਡੇ ਫੇਵਰ 'ਚ ਨਹੀਂ ਆ, ਅਤੇ ਅਸੀਂ ਫਿਰ ਉਸ ਰਿਟ ਦੇ ਦੁਆਰਾ ਉਸ ਕੇਸ ਨੂੰ ਹਾਈ ਕੋਰਟ ਵਿੱਚ ਫਾਈਲ ਕਰਵਾਉਂਦੇ ਹਾਂ। ਜੇ ਤੁਸੀਂ ਉੱਥੇ ਵੀ ਇਹ ਚੀਜ਼ ਫੀਲ ਕਰਦੇ ਹੋ ਕਿ ਜੋ ਹਾਈ ਕੋਰਟ ਨੇ ਡਿਸੀਜਨ ਲਿਆ ਵਾ ਉਹ ਸਾਡੇ ਫੇਵਰ 'ਚ ਨਹੀਂ ਆ, ਅਤੇ ਫਿਰ ਉਸ ਕੇਸ ਨੂੰ ਕੀ ਆ ਅਸੀਂ ਉਸ ਪਟੀਸ਼ਨ ਨੂੰ ਸੁਪਰੀਮ ਕੋਰਟ ਦੇ ਵਿੱਚ ਕੀ ਆ ਦਾਇਰ ਕਰਵਾਉਂਦੇ ਹਾਂ। ਸੁਪਰੀਮ ਕੋਰਟ ਦੁਆਰਾ ਲਿਆ ਗਿਆ ਡਿਸੀਜਨ। ਨੈਕਸਟ ਵੀ ਆਰ ਰੀਡ ਅਬਾਊਟ ਵਟ ਇਜ਼ ਦਾ ਰੋਲ ਆਫ ਜੁਡੀਸ਼ਰੀ। ਜੁਡੀਸ਼ਰੀ ਦਾ ਰੋਲ ਕੀ ਹੈ? ਕੋਰਟਸ ਟੇਕ ਡਿਸੀਜ਼ਨ ਔਨ ਅ ਵੈਰੀ ਲਾਰਜ ਨੰਬਰ ਆਫ ਦਾ ਇਸ਼ੂਜ਼। ਕੋਰਟ ਦੁਆਰਾ ਬਹੁਤ ਸਾਰੇ ਅਜਿਹੇ ਲਾਰਜ ਨੰਬਰ ਇਸ਼ੂਜ਼ ਹੁੰਦੇ ਆ ਜਿਨ੍ਹਾਂ ਦੇ ਉੱਤੇ ਕੀ ਡਿਸੀਜ਼ਨ ਲਿਆ ਜਾਂਦਾ ਵਾ। ਦੇ ਕੈਨ ਡਿਸਾਈਡ ਦੈਟ ਨੋ ਟੀਚਰਸ ਕੈਨ ਬੀਟ ਆ ਸਟੂਡੈਂਟ। ਜਿਵੇਂ ਕਿ ਤੁਸੀਂ ਫਾਰ ਐਗਜ਼ਾਮਪਲ ਪਿਕਚਰ ਦੇਖਦੇ ਪਏ ਹੋ, ਇਸ ਦੇ ਵਿੱਚ ਕੀ ਦੱਸਿਆ ਗਿਆ ਵਾ ਕਿ ਕਿਸੇ ਵੀ ਟੀਚਰ ਨੂੰ ਅਲਾਉ ਨਹੀਂ ਕੀਤਾ ਗਿਆ ਕਿ ਉਹ ਕਿਸੇ ਵੀ ਸਟੂਡੈਂਟ ਨੂੰ ਕੀ ਬੀਟ ਕਰੇ। ਆਰ ਅਬਾਊਟ ਦਾ ਸ਼ੇਅਰਿੰਗ ਆਫ ਰਿਵਰ ਵਾਟਰਸ ਬਿਟਵੀਨ ਸਟੇਟਸ। ਕਿ ਪਾਣੀਆਂ ਦੀ ਵੰਡ ਆ ਜਿਹੜੀ ਕਿਹੜੇ ਖੇਤਰਾਂ ਵਿੱਚ ਹੋਣੀ ਚਾਹੀਦੀ ਆ, ਇਸ ਦਾ ਡਿਸੀਜ਼ਨ ਕਿਸ ਦੁਆਰਾ ਲਿਆ ਜਾਂਦਾ ਵਾ? ਕੋਰਟਸ ਦੁਆਰਾ। ਔਰ ਦੇ ਕੈਨ ਪਨਿਸ਼ ਪੀਪਲ ਫਾਰ ਪਰਟੀਕੂਲਰ ਕ੍ਰਾਈਮਸ। ਪਰਟੀਕੂਲਰ ਕ੍ਰਾਈਮਸ ਲਾਈਕ ਰੋਬਰੀ, ਡਕੈਤੀ, ਮਰਡਰ। ਅਜਿਹੇ ਕ੍ਰਾਈਮਸ ਦੇ ਵਿੱਚ ਜਿਹੜਾ ਪਰਸਨ ਜਿਸ ਦੇ ਦੁਆਰਾ ਇਹ ਕ੍ਰਾਈਮ ਕੀਤੇ ਗਏ ਵਾ ਉਸ ਨੂੰ ਪਨਿਸ਼ ਕੀਤਾ ਜਾਣਾ ਚਾਹੀਦਾ ਵਾ, ਜਾਂ ਪਨਿਸ਼ਮੈਂਟ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ, ਇਸ ਦਾ ਡਿਸੀਜ਼ਨ ਵੀ ਕੋਰਟਸ ਦੁਆਰਾ ਲਿਆ ਜਾਂਦਾ ਵਾ। The work of the judiciary can be divided into the following। ਕਿ ਜਿਹੜੀ ਜੁਡੀਸ਼ਰੀ ਦੇ ਕੰਮ ਆ ਅੱਗੇ ਉਹਨਾਂ ਨੂੰ ਕਿਸ ਤਰ੍ਹਾਂ ਉਹਨਾਂ ਦੀ ਵੰਡ ਕੀਤੀ ਗਈ ਆ। ਫਸਟ ਇਜ਼ ਡਿਸਪਿਊਟ ਰੀਸੋਲਿਊਸ਼ਨ, ਸੈਕਿੰਡ ਇਜ਼ ਜੁਡੀਸ਼ੀਅਲ ਰਿਵਿਊ, ਥਰਡ ਇਜ਼ ਅਪਹੋਲਡਿੰਗ ਦਾ ਲਾਅ ਐਂਡ ਇਨਫੋਰਸਿੰਗ ਫੰਡਾਮੈਂਟਲ ਰਾਈਟਸ। ਫਸਟ ਪੁਆਇੰਟ ਹੈ ਡਿਸਪਿਊਟ ਰੀਸੋਲਿਊਸ਼ਨ। ਡਿਸਪਿਊਟ ਰੀਸੋਲਿਊਸ਼ਨ ਇਟ ਮੀਨਸ ਵਿਵਾਦਾਂ ਦਾ ਨਿਪਟਾਰਾ। The judicial system provides a mechanism for resolving disputes between citizens। ਸਿਟੀਜ਼ਨ ਜਿਹੜੇ ਉਹਨਾਂ ਦੇ ਵਿਚਕਾਰ ਪੈਦਾ ਹੋਏ ਜਿਹੜੇ ਡਿਸਪਿਊਟਸ ਵਾ, ਵਾਦ ਵਿਵਾਦ ਵਾ, ਉਹਨਾਂ ਨੂੰ ਉਹਨਾਂ ਦਾ ਰੀਸੋਲਵਿੰਗ ਕਰਨ ਵਾਸਤੇ ਜਿਹੜੀ ਜੁਡੀਸ਼ੀਅਲ ਸਿਸਟਮ ਆ ਇੱਕ ਮੈਕਾਨਿਜ਼ਮ, ਇਟ ਮੀਨਸ ਇੱਕ ਵਿਧੀ ਜਿਹੜੀ ਆ ਉਹ ਕੀ ਬਣਾਉਂਦੀ ਆ। ਉਸ ਤੋਂ ਬਾਅਦ ਬਿਟਵੀਨ ਸਿਟੀਜ਼ਨਸ ਐਂਡ ਦਾ ਗਵਰਨਮੈਂਟਸ, ਬਿਟਵੀਨ ਟੂ ਸਟੇਟਸ ਗਵਰਨਮੈਂਟ ਐਂਡ ਬਿਟਵੀਨ ਦਾ ਸੈਂਟਰ ਐਂਡ ਦਾ ਸਟੇਟ ਗਵਰਨਮੈਂਟਸ। ਮਤਲਬ ਕਿ ਨਾਗਰਿਕਾਂ ਅਤੇ ਜਿਹੜੇ ਸਾਡੇ ਦੇਸ਼ ਦੇ ਨਾਗਰਿਕ ਵਾ ਉਹਨਾਂ ਅਤੇ ਸਰਕਾਰਾਂ ਦੇ ਵਿਚਕਾਰ ਜਿਹੜੇ ਵਾਦ ਵਿਵਾਦ ਪੈਦਾ ਹੁੰਦੇ ਵਾ, ਜਾਂ ਫਿਰ ਟੂ ਸਟੇਟ ਅਤੇ ਗਵਰਨਮੈਂਟ ਦੇ ਵਿਚਕਾਰ ਜਿਹੜੇ ਵਾਦ ਵਿਵਾਦ ਪੈਦਾ ਹੁੰਦੇ ਆ, ਸਟੇਟ ਗਵਰਨਮੈਂਟ ਔਰ ਸੈਂਟਰ ਸਰਕਾਰ ਦੇ ਵਿਚਕਾਰ ਜਿਹੜੇ ਵਾਦ ਵਿਵਾਦ ਪੈਦਾ ਹੁੰਦੇ ਆ, ਉਹਨਾਂ ਦਾ ਹੱਲ ਕਰਨ ਵਾਸਤੇ ਜੁਡੀਸ਼ੀਅਲੀ ਸਿਸਟਮ ਜਿਹੜੇ ਵਾ ਇੱਕ ਵਿਧੀ ਨੂੰ ਪ੍ਰੋਵਾਈਡ ਕਰਦੀ ਆ। ਸੈਕਿੰਡ ਪੁਆਇੰਟ ਆ ਜੁਡੀਸ਼ੀਅਲ ਰਿਵਿਊ। As the final interpreter of the Constitution, the judiciary also has the power to strike down particular laws passed by the Parliament if it is believes that these are a violation of the basic structure of Constitution। ਸੰਵਿਧਾਨ ਦੀ ਜਿਹੜੀ ਵਿਆਖਿਆ ਵਾ ਉਸ ਦਾ ਅਧਿਕਾਰ ਕਿਸ ਦੇ ਕੋਲ ਹੁੰਦਾ ਵਾ? ਨਿਆਂਪਾਲਿਕਾ ਕੋਲ, ਜੁਡੀਸ਼ਰੀ ਕੋਲ। ਅਤੇ ਇਸ ਦੇ ਨਾਂ 'ਤੇ ਜੇ ਨਿਆਂਪਾਲਿਕਾ ਨੂੰ ਇਸ ਤਰ੍ਹਾਂ ਲੱਗਦਾ ਵਾ ਕਿ ਜਿਹੜੇ ਪਾਰਲੀਮੈਂਟ ਦੁਆਰਾ ਲਾਜ਼ ਜਿਹੜੇ ਪਾਸ ਕੀਤੇ ਗਏ ਆ, ਕਾਨੂੰਨੀ ਸੰਵਿਧਾਨ ਦਾ ਜਿਹੜਾ ਸੰਵਿਧਾਨਕ ਢਾਂਚਾ ਵਾ ਉਸ ਨੂੰ ਕੀ ਵਾਇਲੇਟਡ ਕਰ ਰਹੇ ਆ, ਉਸ ਦੀ ਉਲੰਘਣਾ ਕਰ ਰਹੇ ਆ, ਅਤੇ ਉਹ ਅਜਿਹਾ ਕੀ ਕਰੇਗਾ ਉਸ ਟਾਈਮ ਕਿ ਜਿਹੜੇ ਪਾਸ ਕੀਤੇ ਗਏ ਕਾਨੂੰਨ ਉਹਨਾਂ ਨੂੰ ਰੱਦ ਵੀ ਕਰ ਸਕਦਾ ਵਾ। ਇਸ ਚੀਜ਼ ਨੂੰ ਕੀ ਕਿਹਾ ਜਾਂਦਾ ਵਾ? ਦਿਸ ਇਜ਼ ਕਾਲਡ ਜੁਡੀਸ਼ੀਅਲ ਰਿਵਿਊ। ਨੈਕਸਟ ਥਰਡ ਪੁਆਇੰਟ ਆ ਅਪਹੋਲਡਿੰਗ ਦਾ ਲਾਅ ਐਂਡ ਇਨਫੋਰਸਿੰਗ ਫੰਡਾਮੈਂਟਲ ਰਾਈਟਸ। ਇਟ ਮੀਨਸ ਕਾਨੂੰਨਾਂ ਦੀ ਰੱਖਿਆ ਅਤੇ ਮੌਲਿਕ ਅਧਿਕਾਰਾਂ ਦਾ ਉਪਚਾਰ। Every Indian citizens can approach the Supreme Court or the High Court if they believe that their fundamental rights have been violated।
कि ਜਿਹੜਾ ਦੇਸ਼ ਦੇ ਕਿਸੇ ਵੀ ਨਾਗਰਿਕ ਨੂੰ ਅਗਰ ਇਸ ਤਰ੍ਹਾਂ ਲੱਗਦਾ ਵਾ ਕਿ ਜਿਹੜੇ ਉਹਨਾਂ ਦੇ ਮੌਲਿਕ ਅਧਿਕਾਰ ਵਾ ਉਹਨਾਂ ਦੀ ਕੀ ਉਲੰਘਣਾ ਹੋ ਰਹੀ ਆ ਤੇ ਉਹ ਕੀ ਕਰੇਗਾ, ਹਾਈ ਕੋਰਟ ਤੋਂ ਸੁਪਰੀਮ ਕੋਰਟ ਤੱਕ ਕੀ ਆਪਣੀ ਪਹੁੰਚ ਕਰ ਸਕਦਾ ਵਾ ਆਪਣੇ ਅਧਿਕਾਰਾਂ ਨੂੰ ਪ੍ਰੋਟੈਕਟ ਕਰਨ ਲਈ। ਨੈਕਸਟ ਪੁਆਇੰਟ ਆ, what is an independent judiciary? Independent judiciary ਕੀ ਹੁੰਦੀ ਆ? Relation with separation of the powers. Under the doctrine of the separation of powers, the judiciary generally does not make law. ਕਿ ਇੱਕ ਸਿਧਾਂਤ ਵਾ, ਠੀਕ ਆ, ਸਿਧਾਂਤ ਦੇ ਅੰਦਰ ਜਿਹੜੀ ਜੁਡੀਸ਼ਰੀ ਆ ਉਹ ਕੀ ਕਰਦੀ ਕਿ ਕੋਈ ਲਾਅ ਨਹੀਂ ਬਣਾਉਂਦੀ, ਇਨਫੋਰਸ ਲਾਅ, ਔਰ ਨਾ ਕਿਸੇ ਲਾਅ ਨੂੰ ਲਾਗੂ ਕਰਦੀ ਆ, but rather interprets law and applies to the fact of each case. ਪਰ ਜਿਹੜੇ ਇੰਟਰਪ੍ਰੇਟਸ ਵਾ, ਜਿਹੜੇ ਵਿਆਖਿਆ ਕਰਦੇ ਆ ਕਾਨੂੰਨ ਦੀ, ਉਹ ਕੀ ਕਰਦੇ ਆ, ਜਿਹੜੇ ਕੁਛ ਤੱਥ ਵਾ ਉਹਨਾਂ ਨੂੰ ਕੀ ਕੇਸਾਂ ਦੇ ਵਿੱਚ ਅਪਲਾਈ ਕਰਦੀ ਆ। ਹੁਣ ਕੰਸਟੀਟਿਊਸ਼ਨ ਦੀਆਂ ਜਿਹੜੇ 3 ਆਰਗਨ ਆਫ ਕੰਸਟੀਟਿਊਸ਼ਨ ਦੇ ਜਿਹੜੇ 3 ਆਰਗਨਸ ਦਿੱਤੇ ਹੋਏ ਕਿਹੜੇ ਆ? ਲੈਜਿਸਲੇਟਿਵ ਬ੍ਰਾਂਚ, ਐਗਜ਼ੈਕਟਿਵ ਬ੍ਰਾਂਚ ਔਰ ਜੁਡੀਸ਼ੀਅਲ ਬ੍ਰਾਂਚ। ਇਹਨਾਂ ਵਿੱਚ ਜਿਹੜੀ ਜੁਡੀਸ਼ੀਅਲ ਬ੍ਰਾਂਚ ਵਾ ਉਹ ਕੀ ਇੰਡੀਪੈਂਡੈਂਟ ਆ, ਔਰ ਇਹਨਾਂ ਦੇ ਇੰਡੀਪੈਂਡੈਂਟ ਹੋਣ ਕਰਕੇ ਲੈਜਿਸਲੇਟਿਵ ਔਰ ਐਗਜ਼ੈਕਟਿਵ ਜਿਹੜੀ ਬ੍ਰਾਂਚ ਵਾ ਉਹ ਜੁਡੀਸ਼ੀਅਲ ਦੇ ਕਿਸੇ ਵੀ ਕੰਮ ਦੇ ਵਿੱਚ ਕੀ ਆ, ਐਂਟਰ ਨਹੀਂ ਕਰ ਸਕਦੀ, ਠੀਕ ਆ, ਔਰ ਨਾ ਜੁਡੀਸ਼ੀਅਲ ਬ੍ਰਾਂਚ ਹੀ ਇਹਨਾਂ ਦੋਨਾਂ ਦੇ ਕੰਮਾਂ ਦੇ ਵਿੱਚ ਇੰਟਰਫੇਅਰ ਕਰੇਗੀ। ਅਸੀਂ ਦੇਖਾਂਗੇ ਕਿ one aspect of this independence is the separation of powers. Constitution, legislative and executive cannot interfere in work of judiciary. The courts are not under the government and do not their behalf. मतलब कि इस दा आस्पैक्ट की आ कि ਜਿਹੜੀ ਜੁਡੀਸ਼ਰੀ ਜਿਵੇਂ ਦੱਸਿਆ ਕਿ ਬਿਲਕੁਲ ਇੰਡੀਪੈਂਡੈਂਸ ਆ, ਠੀਕ ਆ, ਔਰ ਜਿਹੜੀ ਲੈਜਿਸਲੇਟਿਵ ਔਰ ਐਗਜ਼ੈਕਟਿਵ ਆ ਇਹ ਦੋਨਾਂ ਇਹਨਾਂ ਦੇ ਕੰਮਾਂ ਦੇ ਵਿੱਚ ਕੀ ਜੁਡੀਸ਼ਰੀ ਦੇ ਕੰਮਾਂ ਦੇ ਵਿੱਚ ਇੰਟਰਫੇਅਰ ਨਹੀਂ ਕਰੇਗੀ। ਉਸ ਤੋਂ ਬਾਅਦ ਆਰ ਨੋਟ ਅੰਡਰ ਦਾ ਗਵਰਨਮੈਂਟ ਐਂਡ ਡੂ ਨੋਟ ਐਕਟ ਦੇਅਰ ਬਿਹਾਫ। ਇਹ ਜੁਡੀਸ਼ਰੀ ਜਿਹੜੀ ਕਿਸੇ ਵੀ ਗਵਰਨਮੈਂਟ ਦੇ ਅੰਡਰ ਨਹੀਂ, ਔਰ ਨਾ ਹੀ ਉਹ ਕਿਸੇ ਵੀ ਐਕਟ ਦੇ ਆਧਾਰ 'ਤੇ ਕੋਈ ਵੀ ਫੈਸਲਾ ਲੈ ਸਕਦੀ ਆ। The courts are not under the government, do not act on their behalf. The Supreme Court and the High Court judge as appointed with very little interference from other branches of government. ਉਸ ਤੋਂ ਬਾਅਦ ਸੁਪਰੀਮ ਕੋਰਟ ਤੇ ਹਾਈ ਕੋਰਟ ਨੂੰ ਦੇ ਜੱਜਾਂ ਨੂੰ ਜਦੋਂ ਅਪੁਆਇੰਟ ਕੀਤਾ ਜਾਂਦਾ ਵਾ, ਇਹਦੇ ਵਿੱਚ ਇੱਕ ਆਪਾਂ ਲਿਟਲ ਇੰਟਰਫੇਰੈਂਸ ਕਹਿ ਸਕਦੇ ਹਾਂ, ਛੋਟੀ ਜਿਹੀ ਦਖਲਅੰਦਾਜ਼ੀ ਹੁੰਦੀ ਆ ਜਿਹੜੇ ਅਦਰ ਬ੍ਰਾਂਚਿਸ ਆਫ ਗਵਰਨਮੈਂਟ ਹੁੰਦੇ ਆ। ਵਨਸ ਅਪੁਆਇੰਟਡ ਇਟ ਇਜ਼ ਅ ਵੈਰੀ ਡਿਫਿਕਲਟ ਟੂ ਰਿਮੂਵ ਆ ਜੱਜ, ਕਿ ਜਿਹੜੇ ਇਸ ਦੇ ਦੁਆਰਾ ਜੱਜਾਂ ਨੂੰ ਅਪੁਆਇੰਟਡ ਕੀਤਾ ਜਾਂਦਾ ਵਾ ਇਹਨਾਂ ਨੂੰ ਰਿਮੂਵ ਕਰਨਾ ਕੀ ਆ, ਡਿਫਿਕਲਟ ਹੁੰਦਾ ਵਾ। It is the independence of the judiciary that always courts play a central role in ensuring there is misuse of power by the legislative and executive. ਇਸ ਤੋਂ ਬਾਅਦ ਜਿਹੜੀ ਇੰਡੀਪੈਂਡੈਂਟ ਜੁਡੀਸ਼ਰੀ ਆ ਇਹ ਕੀ ਅਲਾਓ ਕਰਦੀ ਹੈ ਕੋਰਟਸ ਨੂੰ ਇੱਕ ਪਲੇ ਆ ਸੈਂਟਰਲ ਰੋਲ, ਇੱਕ ਮਤਲਬ ਸੈਂਟਰ ਦਾ ਰੋਲ ਪਲੇ ਕਰਨ ਵਾਸਤੇ ਕਿ ਜਿਵੇਂ ਐਗਜ਼ੈਕਟਿਵ ਔਰ ਤੇ ਲੈਜਿਸਲੇਟਿਵ ਆ ਇਹਨਾਂ ਨੂੰ ਜਿਹੜੀਆਂ ਪਾਵਰਸ ਦਿੱਤੀਆਂ ਗਈਆਂ ਵਾ ਇਹ ਕਿ ਇਹਨਾਂ ਦਾ ਮਿਸਯੂਜ਼ ਨਾ ਕਰਨ। ਨੈਕਸਟ, the structure of the courts in India. First Supreme Court, second High Court, third is District Court. It means subordinate courts ਜਿਹਦੇ ਬਾਰੇ ਅਸੀਂ ਕੀ ਕੱਲ ਗੱਲ ਕੀਤੀ ਸੀ। There are different levels of courts in India, ਕਿ different level ਦੇ courts ਵਾ ਇੰਡੀਆ ਦੇ ਵਿੱਚ। There are several court at the lower level while there is only one at the apex level, ਕਿ ਕੁਝ ਜਿਹੜੇ ਸਿਵਲ ਕੋਰਟਸ ਆ ਲੋ ਲੈਵਲ ਦੇ ਵਾ, ਲੋਅਰ ਲੈਵਲ ਦੇ, ਔਰ ਅਪੈਕਸ ਲੈਵਲ ਤੇ ਕਿਹੜਾ ਵਾ, ਸੁਪਰੀਮ ਕੋਰਟ। The courts that most people interact with are what are called subordinate court or district court. These are usually at the district or tehsil level, or in towns they hear many kinds of case. Each state divided into district that are presided over the district judge.
Each state has a high court which is the highest court of that a state. ਕਿ ਹਰ ਇੱਕ ਸਟੇਟ ਦਾ ਕੀ ਆ ਆਪਣੇ ਆਪਣੇ ਹਾਈ ਕੋਰਟ ਹੁੰਦੇ ਆ ਔਰ ਹਾਈਐਸਟ ਕੋਰਟ ਆਫ ਦੈਟ ਆ ਸਟੇਟ. At the top is a Supreme Court that located in New Delhi and is presided by the Chief Justice of India. Present Chief Justice of India Sharad Arvind Bobde. The decision of the Supreme Court are binding on all other courts in India. Does everyone have access to the courts? कि हर कोई कोर्ट तक पहुँच कर सकता वा. Does everyone have access to the courts? कि हर व्यक्ति कोर्ट तक अपनी पहुँच कर सकता वा. In principle, all citizens of India can access the courts in this country. सिद्धांत ਦੇ अकॉर्डिंग की है all citizens ਜਿਹੜੇ ਇੰਡੀਆ ਦੇ ਆ ਕਿ ਉਹਨਾਂ ਦੇ ਦੇਸ਼ ਦੀ ਜਿਹੜੀ ਕੋਰਟਸ ਵਾ ਉਹਦੇ ਤੱਕ ਹੀ ਐਕਸੈਸ ਕਰ ਸਕਦੇ ਵਾ. This implies that every citizen has a right to justice through the courts. This implies ਕਿ every citizen ਜਿਹੜਾ ਵਾ ਉਹਦਾ ਕੀ ਅਧਿਕਾਰ ਵਾ ਕਿ ਕੋਰਟ ਦੇ ਥਰੂ ਉਹ ਜਸਟਿਸ ਜਿਹੜਾ ਨਿਆਂ ਵਾ ਉਹ ਪ੍ਰਾਪਤ ਕਰ ਸਕਦਾ ਵਾ. The courts play a very significant role in the protecting our fundamental rights. If any citizen believe that their rights are being violated, they can approach the court for justice to be done. कि courts ਦੀ ਜਿਹੜੀ ਸਭ ਤੋਂ significant role ਕਿਹੜਾ ਵਾ protect our fundamental rights. ਤੇ ਜੇਕਰ ਕਿਸੇ ਸਿਟੀਜ਼ਨ ਕੋਈ ਇਹ ਵਿਸ਼ਵਾਸ ਕਰਦਾ ਕਿ their rights are being violated, ਜਿਹੜੇ ਉਹਨਾਂ ਦੇ ਅਧਿਕਾਰ ਵਾ ਉਹ violated ਹੋ ਰਹੇ ਆ, then they can approach court for a justice to be done. ਤੇ ਉਹ ਅਪਰੋਚ ਕਰ ਸਕਦਾ ਵਾ ਆਪਣੇ ਨਿਆਂ ਵਾਸਤੇ ਕੋਰਟ ਤੱਕ. While the courts are available for all, in reality, access the courts have always been difficult for a vast majority of the poor in India. While the courts, ਜਦ ਕਿ ਬਹੁਤ ਸਾਰੇ ਜਿਹੜੇ ਕੋਰਟਸ ਵਾ ਸਾਰਿਆਂ ਵਾਸਤੇ ਅਵੇਲੇਬਲ ਵਾ, ਬਟ ਇੱਥੇ ਕੀ ਆ ਕਿ ਵਾਸਟ ਮੈਜੋਰਿਟੀ ਆਫ ਪੂਅਰ ਇਨ ਇੰਡੀਆ ਦੇ ਵਿੱਚ ਜਿਹੜੀ ਬਹੁ ਗਿਣਤੀ ਸਭ ਤੋਂ ਜ਼ਿਆਦਾ ਕਿੰਨਾਂ ਦੀ ਗਰੀਬਾਂ ਦੀ ਹੈ ਜਿਨ੍ਹਾਂ ਦਾ ਅਸਲ ਵਿੱਚ ਜਿਨ੍ਹਾਂ ਦਾ ਕੋਰਟਸ ਤੱਕ ਐਕਸੈਸ ਕਰਨਾ ਬਹੁਤ ਜ਼ਿਆਦਾ ਡਿਫਿਕਲਟ ਹੁੰਦਾ ਵਾ. ਲੀਗਲ ਪ੍ਰੋਸੀਜਰ ਇਨਵੋਲਵ ਅ ਲੋਟ ਆਫ ਮਨੀ ਐਂਡ ਪੇਪਰ ਵਰਕ ਐਜ਼ ਵੈਲ ਐਜ਼ ਟੇਕ ਲੋਟ ਆਫ ਟਾਈਮ. ਉਸ ਤੋਂ ਬਾਅਦ ਲੀਗਲ ਪ੍ਰੋਸੀਜਰ ਦੇ ਵਿੱਚ ਕਿਸ ਚੀਜ਼ ਨੂੰ ਇਨਵੋਲਵ ਕੀਤਾ ਗਿਆ ਵਾ ਮਨੀ ਐਂਡ ਪੇਪਰ ਵਰਕ. ਉਸ ਤੋਂ ਬਾਅਦ ਜਿਹੜਾ ਲੋਟ ਆਫ ਟਾਈਮ. ਫਾਰ ਅ ਪੂਅਰ ਪਰਸਨ ਹੂ ਕੈਨ ਨਾਟ ਰੀਡ ਐਂਡ ਹੂਜ਼ ਫੈਮਿਲੀ ਡਿਪੈਂਡੈਂਟ ਔਨ ਡੇਲੀ ਵੇਸਿਸ ਦਾ ਆਈਡੀਆ ਆਫ ਗੋਇੰਗ ਟੂ ਕੋਰਟ ਟੂ ਗੈਟ ਜਸਟਿਸ ਆਫਟਨ ਸੀਮਸ ਰਿਮੋਟ. ਕਿ ਇੱਕ ਉਹ ਪਰਸਨ ਜਿਹੜਾ ਪੜ੍ਹ ਨਹੀਂ ਸਕਦਾ ਔਰ ਉਸਦੀ ਫੈਮਿਲੀ ਕੀ ਆ ਜਿਹੜੀ ਡੇਲੀ ਵੇਸਿਸ ਜਿਹੜਾ ਡੇਲੀ ਮਿਹਨਤਾਨਾ ਕਰਦਾ ਵਾ ਕਮਾ ਕੇ ਲੈ ਕੇ ਆਉਂਦਾ ਵਾ ਉੱਤੇ ਡਿਪੈਂਡ ਵਾ, ਉਹਦਾ ਕੋਰਟ ਤੱਕ ਜਸਟਿਸ ਨਿਆਂ ਵਾਸਤੇ ਕੋਰਟ ਤੱਕ ਪਹੁੰਚ ਕਰਨਾ ਕੀ ਆ ਬਹੁਤ ਦੂਰ ਦਾ ਜਾਂ ਫਿਰ ਕਹਿ ਸਕਦੇ ਕਿ ਬਹੁਤ ਔਖਾ ਹੁੰਦਾ ਵਾ. ਲਾਸਟ ਪੁਆਇੰਟ ਆਫ ਦਿਸ ਚੈਪਟਰ, ਪ੍ਰੈਜ਼ੈਂਟ ਸਟੇਟਸ ਆਫ ਜਸਟਿਸ ਇਨ ਇੰਡੀਆ. ਫਾਰ ਦਾ ਕਾਮਨ ਪਰਸਨ ਐਕਸੈਸ ਟੂ ਕੋਰਟਸ is access to justice. common person ਕੀ ਹੈ ਐਕਸੈਸ ਕਰਦਾ ਵਾ ਕਿਸ ਵਿੱਚ ਕਿਸ ਲਈ ਕੋਰਟ ਦੇ ਵਿੱਚ ਔਰ ਨਿਆਂ ਵਾਸਤੇ. the courts exercise a crucial role in interpreting the fundamental rights of citizens. ਸਿਟੀਜ਼ਨ ਦੇ ਫੰਡਾਮੈਂਟਲ ਰਾਈਟਸ ਵਾਸਤੇ ਇੱਕ ਕੀ ਕ੍ਰੂਸ਼ੀਅਲ ਜਿਹੜਾ ਰੋਲ ਵਾ ਉਹ ਕੀ ਇੰਟਰਪ੍ਰੀਟਿੰਗ ਕਰਦਾ ਵਾ. there are also court judgment that people believe work against the best interests of the common person. ਕਈ ਵਾਰ ਕੀ ਹੁੰਦਾ ਵਾ ਕਿ ਜਿਹੜੇ ਕੋਰਟ ਦੁਆਰਾ ਜੱਜਮੈਂਟ ਕੀਤੀ ਗਈ ਹੁੰਦੀ ਆ ਜਿਹੜੇ ਕਾਮਨ ਪਰਸਨ ਵਾ ਉਹ ਵਿਸ਼ਵਾਸ ਕਰਦੇ ਆ ਕਿ ਜਿਹੜੀ ਜੱਜਮੈਂਟ ਕੀਤੀ ਗਈ ਹੁੰਦੀ ਆ ਉਹਨਾਂ ਦੇ ਬੈਸਟ ਇੰਟਰਸਟ ਜਿਹੜੇ ਉਹਨਾਂ ਦੇ ਹਿੱਤ ਵਾ ਉਹਨਾਂ ਦੇ ਖਿਲਾਫ ਵੀ ਹੋ ਸਕਦੀ ਆ ਅਗੇਨਸਟ ਵੀ ਹੋ ਸਕਦੀ ਆ. ਫਾਰ ਐਗਜ਼ਾਮਪਲ, ਦ ਐਕਟੀਵਿਸਟਸ ਹੂ ਵਰਕ ਔਨ ਇਸ਼ੂਜ਼ ਕੰਸਰਨਿੰਗ ਦ ਰਾਈਟ ਟੂ ਸ਼ੈਲਟਰ ਐਂਡ ਹਾਊਸਿੰਗ ਫਾਰ ਦ ਪੂਅਰ. ਕਿ ਐਕਟੀਵਿਸਟਸ ਉਹ ਹੁੰਦੇ ਆ ਜਿਵੇਂ ਫਾਰ ਐਗਜ਼ਾਮਪਲ ਜਿਵੇਂ ਹੁਣ ਤਾਜ਼ਾ ਚੱਲ ਰਹੀ ਮਹਾਂਮਾਰੀ ਜਿਵੇਂ ਕਰੋਨਾ ਵਾਇਰਸ ਆ ਉਹਦੇ ਉੱਤੇ ਜਿਵੇਂ ਬਹੁਤ ਸਾਰੇ ਅਜਿਹੇ ਲੋਕ ਵਾ ਜਿਹੜੇ ਐਜ ਏ ਸਮਾਜ ਸੇਵਕ ਕੰਮ ਕਰਦੇ ਪਏ ਆ. ਠੀਕ ਆ, ਅਜਿਹੇ ਲੋਕ ਜਿਹੜੇ ਕੰਸਰਨਿੰਗ ਰਾਈਟ ਟੂ ਸ਼ੈਲਟਰ ਕਿਸੇ ਨੂੰ ਸ਼ਰਨ ਦੇਣ ਲਈ, ਹਾਊਸਿੰਗ ਫਾਰ ਦਾ ਪੂਅਰ ਗਰੀਬ ਲੋਕਾਂ ਨੂੰ ਘਰ ਦੇਣ ਲਈ
ਤੇ ਫਿਰ ਉਹ ਕੀ ਵਿਸ਼ਵਾਸ ਕਰਦੇ ਆ ਕਿ ਰੀਸੈਂਟ ਕੋਰਟ ਜੱਜਮੈਂਟ ਆ ਇਵੈਕਸ਼ਨਸ ਆਰ ਆ ਫਾਰ ਕਰਾਈ ਫਰੋਮ ਅਰਲੀਅਰ ਜੱਜਮੈਂਟ, ਕਿ ਜਿਹੜੀ ਇਵੈਕਸ਼ਨਸ ਕੀਤੀ ਗਈ ਹੈ, ਜਿਹੜੀ ਜੱਜਮੈਂਟ ਕੀਤੀ ਗਈ, ਅਰਲੀਅਰ ਜੱਜਮੈਂਟ ਕੀਤੀ ਗਈ ਆ, ਉਹਦੇ ਵਿੱਚ ਜਿਹੜੇ ਇਹਨਾਂ ਲੋਕਾਂ ਦੁਆਰਾ ਕੰਮ ਕੀਤਾ ਗਿਆ ਵਾ ਉਹਦੀ ਇਵੈਕਸ਼ਨਸ ਕੀਤੀ ਗਈ ਆ। ਇਵੈਕਸ਼ਨਸ ਮੀਨਸ ਆਪਾਂ ਇੱਥੇ ਕਹਿ ਸਕਦੇ ਕਿ ਬੇਦਖਲੀ ਕੀਤੀ ਗਈ ਆ, ਤੇ ਜਿਹੜਾ ਫੈਸਲਾ ਲਿਆ ਗਿਆ ਉਹਨਾਂ ਲਈ ਉਹ ਕੀ ਆ, ਅਰਲੀਅਰ ਜੱਜਮੈਂਟ ਤੋਂ ਕੋਹਾਂ ਦੂਰ ਆ।